ਅੱਜ ਕਿੰਨੀ ਡੇਟ ਆ 13 ਜਸਟ 2 ਹਫ਼ਤਿਆਂ ਬਾਅਦ ਤੁਸੀਂ ਇਹਨਾਂ ਦੀ ਬੇਟੀ ਨੂੰ ਇੱਕ ਐਸੀ ਗਵਾਹੀ ਨਾਲ ਖੜੇ ਦੇਖੋਗੇ ਕਿ ਤੁਹਾਨੂੰ ਹਲਾ ਮਿਲੇਗੀ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਇਹਨਾਂ ਨੂੰ ਯਾਦ ਆ ਖੁਦਾ ਦੇ ਦਾਸ ਨੇ ਕਿਹਾ ਸੀ ਕਿ ਭੈਣ ਵੱਡੀ ਗਵਾਹੀ ਦੇ ਨਾਲ ਵਾਪਸ ਆ ਰਹੇ ਹੋ। ਹਾਲੇਲੂਇਆ। ਔਰ ਖੁਦਾ ਨੇ ਦਾਸ ਨੇ ਕਹੇ ਹੋਏ ਵਰਡ ਪੂਰੇ ਹੋਇਆ। ਹਾਲੇਲੂਇਆ ਹਾਲੇਲੂਇਆ। ਸਿਸਟਰ ਦੀ ਗਵਾਹੀ ਇਹ ਆ, ਸਿਸਟਰ ਔਰ ਪੂਰੇ ਪਰਿਵਾਰ ਨੂੰ ਲਾਰਡ ਨੇ ਰੋਮਾਨੋ ਵਿੱਚ ਇੱਕ ਬੈਸਟ ਵਿਲਾ ਨਾਲ ਬਲੈਸ ਕੀਤਾ ਆ। ਹਾਲੇਲੂਇਆ। ਔਰ ਇਹ ਸਿਸਟਰ ਦੱਸ ਰਹੇ ਆ ਵੀ ਇਹ ਘੱਟੋ ਘੱਟ 3 ਸਾਲ ਤੋਂ ਇਹ ਘਰ ਲੱਭ ਰਹੇ ਸੀ ਆਪਣਾ, ਔਰ ਉਸ ਤਰੀਕੇ ਦਾ ਘਰ ਨਹੀਂ ਸੀ ਮਿਲ ਰਿਹਾ ਜਿਸ ਤਰੀਕੇ ਦਾ ਇਹ ਚਾਹੁੰਦੇ ਸੀਗੇ। ਔਰ ਇਹਨਾਂ ਨੇ ਇਹ ਘਰ ਦੇ ਮਤਲਬ ਘੱਟੋ ਘੱਟ ਇਹਨਾਂ ਨੇ 30 ਤੋਂ 40 ਘਰ ਦੇਖੇ ਹੋਣੇ ਆ। ਔਰ ਜਦੋਂ ਆਪਾਂ ਰੋਜ਼ਿਆਂ ਵਿੱਚ ਸੀਗੇ ਅਗਸਤ ਵਿੱਚ ਦਸੰਬਰ ਵਿੱਚ ਇਹਨਾਂ ਨੇ ਆਪਣੀ ਪ੍ਰੇਅਰ ਰਿਕੁਐਸਟ ਵੀ ਪਾਈ ਸੀਗੀ ਕਿ ਖੁਦਾ ਇਹਨਾਂ ਨੂੰ ਆਪਣੀ ਪ੍ਰਾਪਰਟੀ ਆਪਣੇ ਘਰ ਦੇ ਨਾਲ ਬਲੈਸ ਕਰਨ, ਔਰ ਲਾਰਡ ਨੇ ਇਹਨਾਂ ਨੂੰ ਇਸ ਬੈਸਟ ਵਿਲੇ ਨਾਲ ਬਲੈਸ ਕੀਤਾ। ਹਾਲੇਲੂਇਆ ਹਾਲੇਲੂਇਆ। ਮੈਨੂੰ ਪਰਮੇਸ਼ਵਰ ਨੇ ਜਿਸ ਤਰ੍ਹਾਂ ਸਿੱਖਿਆ, ਪਰਮੇਸ਼ਵਰ ਮੈਨੂੰ ਵਿਲੇ ਦੇ ਵਿੱਚ ਮੇਰੀ ਪ੍ਰਾਪਰਟੀ ਮੈਨੂੰ ਵਿਲਾ ਦੇ ਨਾਲ ਬਲੈਸ ਕੀਤਾ, ਜੋ ਕਿ ਕੋਠੀ ਆ ਜੋ ਤੁਸੀਂ ਪਿਕਚਰਸ ਵਿੱਚ ਦੇਖ ਰਹੇ ਹੋ। ਸਿਰਫ ਫਰੰਟ ਆ, ਮੈਂ ਤੁਹਾਨੂੰ ਸਿਰਫ ਇਹ ਦੱਸਣਾ ਚਾਹੁੰਦੀ ਕਿ ਪਿੱਛੇ ਇਤੋਂ ਵੀ ਜ਼ਿਆਦਾ ਆ। ਹਾਲੇਲੂਇਆ ਬਹੁਤ ਵੱਡੀ ਕੋਠੀ ਆ। ਹਾਲੇਲੂਇਆ। ਮੈਂ ਆਪਣੀ ਗਵਾਹੀ ਨੂੰ ਸ਼ੁਰੂ ਤੋਂ ਦੇਵਾਂਗੀ। ਅਸੀਂ ਇਸ ਵਕਤ ਅਸੀਂ ਕੋਵਾ ਵਿੱਚ ਰਹਿੰਦੇ, ਅਸੀਂ ਕਿਰਾਏ ਤੇ ਰਹਿੰਦੇ, ਤਾਂ ਮੇਰੇ ਵਾਸਤੇ ਇੱਕ ਬਹੁਤ ਵੱਡੀ ਬਲੈਸਿੰਗ ਆ ਕਿ ਪਰਮੇਸ਼ਵਰ ਮੈਨੂੰ ਪ੍ਰਾਪਰਟੀ ਨਾਲ ਬਲੈਸ ਕੀਤਾ। ਅਸੀਂ ਇਸ ਤੋਂ ਪਹਿਲਾਂ ਰੋਮਾਨੋ ਰਹਿੰਦੇ ਹੁੰਦੇ ਸੀਗੇ, ਕੁਛ ਉੱਥੇ ਹਾਲਾਤ ਜਿਹੜੇ ਸੀਗੇ ਕੁਛ ਸਹੀ ਹੋਣ ਨਾ ਹੋਣ ਕਾਰਨ ਅਸੀਂ ਆਪਣੇ ਪਾਸਟਰ ਜੌਨਸਨ ਹੁਣਾਂ ਦੇ ਨਾਲ ਅਸੀਂ ਇਹ ਗੱਲ ਨੂੰ ਸ਼ੇਅਰ ਕੀਤਾ ਸੀਗਾ ਕਿ ਅਸੀਂ ਆਪਣੀ ਪ੍ਰਾਪਰਟੀ ਲੈਣਾ ਚਾਹੁੰਦੇ। ਤੇ ਜਿੱਥੇ ਅਸੀਂ ਰਹਿੰਦੇ ਸੀਗੇ ਤੇ ਅਸੀਂ ਉੱਥੇ ਪਹਿਲਾਂ ਜਿੱਥੇ ਦੁਆਵਾਂ ਕਰਾਉਂਦੇ ਹੁੰਦੇ ਸੀਗੇ, ਤੇ ਜਦੋਂ ਉੱਥੇ ਪਾਸਟਰ ਜੌਨਸਨ ਜੀ ਆਏ ਸੀਗੇ ਅਸੀਂ ਉਹਨਾਂ ਦੇ ਨਾਲ ਗੱਲ ਨੂੰ ਸ਼ੇਅਰ ਕੀਤਾ ਸੀਗਾ, ਤੇ ਉਹਨੇ ਸਾਨੂੰ ਇਹ ਬਲੈਸਿੰਗ ਦਿੱਤੀ ਸੀ। ਉਹਨੇ ਸਾਨੂੰ ਕਿਹਾ ਸੀ ਜੇ ਘਰ ਜਾ ਰਿਹਾ ਨੋ ਪ੍ਰੋਬਲਮ, ਤੁਸੀਂ ਇਸਦੀ ਫਿਕਰ ਨਹੀਂ ਕਰਨੀ ਕਿ ਬੈਸਟ ਇਜ਼ ਕਮਿੰਗ ਨੈਕਸਟ। ਜੋ ਤੁਸੀਂ ਅਗਰ ਤੁਹਾਨੂੰ ਜੋ ਪਰਮਿਸ਼ਨ ਦੇਣ ਜਾ ਰਹੇ ਹੋ ਉਹ ਬੈਸਟ ਹੋਵੇਗਾ। ਜਿੰਨਾ ਤੁਸੀਂ ਇਹਦੇ ਵਿੱਚ ਖਰਚਿਆ ਸੀ, ਪਹਿਲਾਂ ਖਰਚਿਆ ਸੀਗਾ ਕਹਿੰਦੇ ਸੀ ਉਸ ਦੇ ਘੱਟ ਰੇਟ ਦੇ ਵਿੱਚ ਤੁਸੀਂ ਵਧੀਆ ਲਵੋਗੇ। ਹਾਲੇਲੂਇਆ। ਇੱਕ ਮਿੰਟ ਲਈ ਮੈਂ ਦੱਸਦਾ, ਮੈਂ ਤੁਹਾਨੂੰ ਗਵਾਹੀ ਸਮਝਾਉਣੀ ਚਾਹੁੰਦਾ ਕਿ ਪਰਮੇਸ਼ਵਰ ਕਿੱਦਾਂ ਕੰਮ ਕਰਦੇ ਆ। ਹਾਲੇਲੂਇਆ। ਰੋਮਾਨੋ ਦੇ ਵਿੱਚ ਜਦੋਂ ਰਹਿੰਦੇ ਸੀ ਤੇ ਇਹਨਾਂ ਦੇ ਫਾਦਰ ਨੇ ਬਹੁਤ ਸਾਲ ਪਹਿਲਾਂ ਇੱਕ ਘਰ ਖਰੀਦਿਆ ਸੀ। ਇਹਨਾਂ ਦੀ ਮਦਰ ਫਾਦਰ ਦੋਨੋਂ ਕੰਮ ਕਰਦੇ ਸੀ। ਹਾਲਾਤ ਕੁਛ ਏਦਾਂ ਦਾ, ਇੱਕ ਰੀਜੀ ਆਇਆ, ਕੰਮ ਛੁੱਟ ਗਏ ਤੇ ਉਹ ਘਰ ਆਸਥਾ ਤੇ ਚਲਾ ਗਿਆ। ਔਰ ਇਹਨਾਂ ਦਾ ਘਰ ਜਦੋਂ ਦੁਆਰਾ ਆਸਥਾ ਤੇ ਜਾਂਦਾ ਸੀ, ਬਹੁਤ ਵਾਰੀ ਸਕਿਪ ਹੋ ਗਿਆ, ਕੋਈ ਕਿਸੇ ਨੇ ਖਰੀਦਿਆ ਨਹੀਂ, ਲੇਕਿਨ ਇੱਕ ਵਾਰੀ ਇਹਨਾਂ ਨੂੰ ਲੈਟਰ ਆਇਆ ਕਿ ਤੁਹਾਡਾ ਘਰ ਵਿਕ ਗਿਆ ਵਾ, ਹੁਣ ਤੁਹਾਨੂੰ ਜਾਣਾ ਪੈਣਾ ਹੈ। ਹਾਲੇਲੂਇਆ। ਉਹਨਾਂ ਦਿਨਾਂ ਜੀ ਖੁਦਾ ਨੇ ਕੁਛ ਐਸੀ ਪਲੈਨਿੰਗ ਬਣਾਈ, ਮੈਨੂੰ ਨਹੀਂ ਯਾਦ, ਆਪਾਂ ਮੈਂ ਘਰੇ ਗਿਆ ਸੀਗਾ, ਮੀਟਿੰਗ ਸੀ ਯਾਦ, ਵਿਜ਼ਿਟ ਕਰਨ ਆਈ ਸੀ। ਤੇਰਾ ਜਦੋਂ ਸ਼ੇਅਰ ਕੀਤਾ ਮੈਂ ਕਿਹਾ ਡਰੋ ਨਾ ਤੁਸੀਂ। ਉਹ ਘਰ ਦਾ ਬਹੁਤ ਉਚਾਈ ਤੇ ਸੀਗਾ ਤਾਂ ਲਿਫਟ ਹੈ ਨਹੀਂ ਸੀ ਉੱਥੇ। ਮੈਂ ਕਿਹਾ ਇਹ ਘਰ ਗਿਆ ਤੇ ਪਰਮੇਸ਼ਵਰ ਇਸ ਤੋਂ ਬੈਸਟ, ਇਸ ਤੋਂ ਵੱਡਾ, ਇਸ ਤੋਂ ਡਬਲ ਦੇਵੇਗਾ। ਹਾਲੇਲੂਇਆ। ਔਰ ਇੱਕ ਵਰਡ ਮੈਨੂੰ ਦਿੱਤਾ ਸੀਗਾ ਕਿ ਪੰਜਾਬੀ ਚ ਕਹਿੰਦੇ ਕੌਡੀਆਂ ਦੇ ਭਾਅ। ਤੁਹਾਡਾ ਘਰ ਕੌਡੀਆਂ ਦੇ ਭਾਅ ਚ ਜਾਵੇਗਾ ਤੇ ਇਸ ਤੋਂ ਡਬਲ ਵਿਲਾ ਕੌਡੀਆਂ ਦੇ ਭਾਅ ਦੇ ਵਿੱਚ ਹੀ ਆਵੇਗਾ। ਹਾਲੇਲੂਇਆ ਹਾਲੇਲੂਇਆ। ਤੇ ਜਦੋਂ ਉਹ ਘਰ ਆਸਥਾ ਤੇ ਗਿਆ ਸੀਗਾ ਤੇ ਉਹ ਪਾਸਵਾ ਦਾ ਸਮਾਂ ਸੀਗਾ, ਤੇ ਸਾਨੂੰ ਪਰਮੇਸ਼ਵਰ ਦੇ ਅੱਗੇ ਦੁਆ ਕੀਤੀ, ਪਰਮੇਸ਼ਵਰ ਨੇ ਸਾਡੇ ਲਈ ਰਾਹ ਖੋਲਿਆ। ਤੇ ਉਸ ਵਕਤ ਸਾਨੂੰ ਪਰਮੇਸ਼ਵਰ ਨੇ ਕਿਰਾਏ ਦੇ ਘਰ ਦੇ ਨਾਲ 2 ਦਿਨਾਂ ਦੇ ਵਿੱਚ ਸਾਨੂੰ ਆਸ਼ੀਸ਼ਿਤ ਕੀਤਾ। ਅਸੀਂ 2 ਦਿਨਾਂ ਦੇ ਅੰਦਰ ਉਸ ਘਰ ਵਿੱਚ ਟ੍ਰਾਂਸਫਰ ਕੀਤਾ। ਤੇ ਜਦੋਂ ਅਸੀਂ ਘਰ ਵਿੱਚ ਟ੍ਰਾਂਸਫਰ ਕੀਤਾ ਸੀਗਾ ਤੇ ਉਹ ਕਿਤੇ ਵੀ ਕਿਰਾਏਦਾਰ ਤੇ ਸਾਨੂੰ ਘਰ ਜੇ ਨਹੀਂ ਦਿੱਤਾ ਸੀਗਾ, ਉਹ ਵੀ ਦੇਖੇ ਹੈਰਾਨ ਸੀਗਾ ਕਿ ਅਸੀਂ ਕਿਸ ਤਰ੍ਹਾਂ ਮੂਵ ਮਿਲਣਾ ਛੇਤੀ ਕੀਤਾ। ਉਹ ਪਰਮੇਸ਼ਵਰ ਦਾ ਅਨੁਗ੍ਰਹ ਸੀਗਾ ਜੋ ਸਾਡੇ ਤੇ ਉਸ ਵਕਤ ਹੋਇਆ ਕਿ ਪਰਮੇਸ਼ਵਰ ਨੇ ਸਾਨੂੰ ਆਪਣੀ ਛਾਂ ਹੇਠ ਰੱਖਿਆ। ਉਸ ਤੋਂ ਬਾਅਦ ਅਸੀਂ ਜਦੋਂ ਦੇ ਅਸੀਂ ਉੱਥੇ ਸ਼ਿਫਟ ਹੋਏ ਸੀਗੇ, ਅਸੀਂ ਆਪਣਾ ਹਮੇਸ਼ਾ ਘਰ ਲੱਭ ਰਹੇ ਹੁੰਦੇ ਸੀਗੇ ਤੇ ਅਸੀਂ ਆਪਣੇ ਪਾਸਟਰ ਜੀ ਉਹਨਾਂ ਨੂੰ ਹਮੇਸ਼ਾ ਕਹਿੰਦੇ ਹੁੰਦੇ ਸਾਡੇ ਵਾਸਤੇ ਪ੍ਰੇਅਰ ਕਰਨਾ। ਤੇ ਉਹਨੇ ਜਦੋਂ ਵੀ ਸਾਨੂੰ ਪ੍ਰੇਅਰ ਕਰਨਾ ਤੇ ਉਹਨੇ ਸਾਨੂੰ ਹਮੇਸ਼ਾ ਇਹੀ ਗੱਲ ਕਹਿਣੀ ਕਿ ਪਰਮੇਸ਼ਵਰ ਤੁਹਾਨੂੰ ਬੈਸਟ ਦੇਣ ਜਾ ਰਿਹਾ। ਤੇ ਮੈਂ ਹਮੇਸ਼ਾ ਇਸ ਗੱਲ ਨੂੰ ਰਿਸੀਵ ਕਰਨਾ। ਜਦੋਂ ਉਹਨੇ ਇੱਥੇ ਵੀ ਇਸ ਚਰਚ ਵਿੱਚ ਪ੍ਰੇਅਰ ਕਰਨੀ, ਜਿੱਥੇ ਅਸੀਂ ਪਹਿਲਾਂ ਆਪਾਂ ਚਰਚ ਅਟੈਂਡ ਕਰਦੇ ਹੁੰਦੇ ਸੀ, ਉੱਥੇ ਵੀ ਉਹਨੇ ਪ੍ਰੇਅਰ ਕਰਨੀ ਕਿ ਅਗਲੀ ਗਵਾਹੀ ਤੁਹਾਡੀ ਆ, ਨਿਊ ਹਾਊਸ ਨਾਲ ਤੁਸੀਂ ਬਲੈਸ ਹੋਣ ਜਾ ਰਹੇ। ਤੇ ਮੈਂ ਉਹਨੂੰ ਹਮੇਸ਼ਾ ਰਿਸੀਵ ਕਰਨਾ। ਜਦੋਂ ਮੈਂ ਉਹਨੂੰ ਰਿਸੀਵ ਕਰਨਾ, ਉਸ ਤੋਂ ਬਾਅਦ ਮੇਰੇ ਅੰਦਰ ਪਰਮੇਸ਼ਵਰ ਭਾਵਨਾ ਪੈਦਾ ਕੀਤੀ ਕਿ ਮੈਂ ਆਪਣੇ ਪਰਮੇਸ਼ਵਰ ਦੇ ਘਰ ਦੇ ਵਿੱਚ ਇਸ ਦੇ ਲਈ ਇੱਕ ਖਾਸ ਬੀਜ ਬੀਜਾਂ। ਮੈਂ ਆਲਰੇਡੀ ਆਫਰਿੰਗ ਟਾਈਪ ਜੋ ਪਰਮੇਸ਼ਵਰ ਦੇ ਬਚਨ ਅਨੁਸਾਰ ਮਲਾਕੀ ਵਿੱਚ ਲਿਖਿਆ ਉਹਨੂੰ ਕਰਦੀ ਸੀ,
ਪਰ ਉਸ ਤੋਂ ਬਾਅਦ ਮੈਂ ਪਿਛਲੇ ਸਾਲ ਤੋਂ ਅਗਸਤ ਤੋਂ ਇੱਕ ਖਾਸ ਵੀਕ ਬਿਜਨਾ ਜੋ ਘਰ ਵਾਸਤੇ ਮੈਂ ਸ਼ੁਰੂ ਕੀਤਾ। ਉਹ ਸਮਾਂ ਇਸ ਤਰ੍ਹਾਂ ਹੋਇਆ ਕਿ ਉਸ ਤੋਂ ਬਾਅਦ ਜਦੋਂ ਪਾਸਟਰ ਨੇ ਜਦੋਂ ਵੀ ਆਪਾਂ ਮੀਟਿੰਗ ਅਟੈਂਡ ਕੀਤੀ ਉਹਨੇ ਲਗਾਤਾਰ ਇਹ ਘੋਸ਼ਣਾ ਸ਼ੁਰੂ ਕਰ ਦਿੱਤੀ ਸੀਗੀ ਕਿ ਨਿਊ ਹਾਊਸ ਨਾਲ ਬਲੈਸ ਹੋ ਰਹੇ, ਨਿਊ ਹਾਊਸ ਨਾਲ ਬਲੈਸ ਹੋ ਰਹੇ, ਤੇ ਮੈਂ ਉਹਨੂੰ ਹਮੇਸ਼ਾ ਹੋਰ ਜ਼ਿਆਦਾ ਰਿਸੀਵ ਕਰਨਾ। ਤੇ ਉਸ ਤੋਂ ਬਾਅਦ ਅਗਸਤ, ਸਤੰਬਰ, ਅਕਤੂਬਰ, ਨਵੰਬਰ ਦੇ ਵਿੱਚ ਅਸੀਂ ਇੱਕ ਜਿੱਦਾਂ ਕੋਠੀ ਦੇਖੀ ਸੀਗੀ ਰੋਮਾਨੇ ਵਿੱਚ, ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਕਿ ਜਿੱਥੇ ਪਰਮੇਸ਼ਰ ਨੇ ਸਾਨੂੰ ਕੋਠੀ ਨਾਲ ਬਲੈਸ ਕੀਤਾ ਉਹ ਸਾਡਾ ਮਨਪਸੰਦ ਦੀ ਏਰੀਆ ਹੈ ਤੇ ਮਨਪਸੰਦ ਦੀ ਸ਼ਹਿਰ ਹੈ। ਹਾਲੇਲੂਇਆ। ਤੇ ਅਸੀਂ ਉਹ ਕੋਠੀ ਨੂੰ ਆਸਾ ਦੇ ਉੱਤੇ ਲਿਆ ਔਰ ਅਸੀਂ ਆਸਾ ਦੇ ਉੱਤੇ ਗਏ ਤੇ ਪਰਮੇਸ਼ਰ ਨੇ ਸਾਨੂੰ ਅਨੁਗ੍ਰਹਿ ਕੀਤਾ। ਅਸੀਂ ਲਾਸਟ ਮਿੰਟ ਦੇ ਵਿੱਚ ਵੀ ਉਹਨੂੰ ਖਰੀਦਿਆ। ਹਾਲੇਲੂਇਆ। ਕਿਉਂਕਿ ਉੱਥੇ ਜਦੋਂ ਅਸੀਂ ਆਸਾ ਵਿੱਚ ਗਏ, ਜਦੋਂ ਬੋਲੀ ਤੇ ਗਏ, ਉੱਥੇ ਇੱਕ ਜਾਣੇ ਅਸੀਂ ਸੀ, 5 ਜਾਣੇ ਹੋਰ ਸੀਗੇ। ਉਹਨੇ ਕਾਫੀ ਜ਼ੋਰ ਲਗਾਇਆ ਪਰ ਜਿਹੜੀ ਜੇਤਾ ਜੋ ਹੋ ਪਰਮੇਸ਼ਰ ਵੱਲੋਂ ਤੇ ਉਹ ਪਰਮੇਸ਼ਰ ਨੇ ਸਾਨੂੰ ਜਿੱਤ ਦਿੱਤੀ। ਹਾਲੇਲੂਇਆ। ਉਸ ਤੋਂ ਬਾਅਦ ਅਸੀਂ ਬੈਂਕ ਦੇ ਨਾਲ ਜਿਹੜੀ ਬਿਊਰੋਕ੍ਰੇਸੀ ਦੇ ਜਿਹੜੇ ਪੇਪਰ ਹੁੰਦੇ ਉਹ ਕਲੀਅਰ ਕੀਤੇ। ਪਰਮੇਸ਼ਰ ਨੇ ਉੱਤੇ ਅਨੁਗ੍ਰਹਿ ਕੀਤਾ ਜੋ ਅਸੀਂ ਪਹਿਲਾਂ ਲਗਾਤਾਰ 2-3 ਮਹੀਨੇ ਤੋਂ ਕਰਦੇ ਆ ਰਹੇ ਸੀਗੇ। ਤੇ ਉਸ ਤੋਂ ਪਹਿਲਾਂ ਸਾਨੂੰ ਜਿੱਦਾਂ ਰਿਸਪੌਂਸ ਵੀ ਆਉਂਦਾ ਸੀਗਾ, ਪੋਜ਼ਿਟਿਵ ਵੀ ਆਉਂਦਾ ਸੀਗਾ, ਪਰ ਜਿੱਦਾਂ ਕਲੀਅਰ ਨਹੀਂ ਜਵਾਬ ਆਉਂਦਾ ਸੀਗਾ। ਤੇ ਮੈਂ ਉੱਥੇ ਪਰਮੇਸ਼ਰ ਅੱਗੇ ਦੁਆ ਕੀਤੀ। ਪਾਸਟਰ ਜੌਨਸਨ ਹੁਣੀ ਕਿਹਾ ਸੀਗਾ ਕਿ ਤੁਸੀਂ ਆਪਣੇ ਮੈਨੂੰ ਇੱਕ ਵਾਰੀ ਨਹੀਂ ਪ੍ਰੇਅਰ ਰੂਮ 'ਚ ਸੱਦਿਆ ਸੀਗਾ ਤੇ ਉਹਨੇ ਪੁੱਛਦੇ ਸੀ ਕਹਿੰਦੇ ਤੁਸੀਂ ਪ੍ਰਿਆ ਕਦੋਂ ਪ੍ਰੇਅਰ ਕਰਦੇ? ਮੈਂ ਕਿਹਾ ਮੈਂ ਨਾਈਟ ਪ੍ਰੇਅਰ ਕਰਦੀ ਹੁੰਦੀ ਸੀਗੀ, ਮੈਂ ਨਾਈਟ ਪ੍ਰੇਅਰ ਕਰਦੀ ਹਾਂ। ਤੇ ਉਹਨੇ ਕਹਿੰਦਾ ਹਾਂ ਤੁਸੀਂ ਇਸ ਤਰ੍ਹਾਂ ਜਾਰੀ ਰੱਖਣਾ ਤੇ ਪਰਮੇਸ਼ਰ ਦੇ ਨਾਲ ਹੈ ਨਾ ਹੋਰ ਦੁਆ ਵਿੱਚ ਹੋਰ ਵਧਣਾ। ਮੈਂ ਕਿਹਾ ਠੀਕ ਆ। ਤੇ ਉਸ ਤੋਂ ਬਾਅਦ ਪਾਸਟਰ ਅੰਕਲ ਨੂੰ ਰਾਮਨੀ ਵੀ ਕਿਹਾ ਸੀਗਾ ਕਿ ਤੁਸੀਂ ਨਾਈਟ ਪ੍ਰੇਅਰ ਕਰਿਆ ਕਰੋ। ਉਹ ਮੈਂ ਨਾਈਟ ਪ੍ਰੇਅਰ ਨੂੰ ਜਿੱਦਾਂ ਹੀ ਮੈਂ ਇਨਕਰੀਜ਼ ਕਰਨਾ ਸ਼ੁਰੂ ਕਰ ਦਿੱਤਾ, ਇੱਕ ਦਿਨ ਅਚਾਨਕ ਹੀ ਮੇਰੇ ਇੱਕ ਪਰਸਨ ਨਾਲ ਮੁਲਾਕਾਤ ਹੋਈ ਜਿਹਨੂੰ ਮੈਂ ਭੁੱਲ ਚੁੱਕੀ ਸੀਗੀ। ਮੈਨੂੰ ਜ਼ਿਆਦਾ ਹੈ ਕਿ ਉਹ ਇੱਕ ਲੇਡੀ ਆ ਜੋ ਇੱਕ ਬੈਂਕ ਦੇ ਵਿੱਚ ਖਾਸ ਪੋਜੀਸ਼ਨ ਤੇ ਜੌਬ ਕਰਦੀ ਆ ਉਹ। ਤੇ ਮੇਰੇ ਪਰਮੇਸ਼ਰ ਨੇ ਮੈਨੂੰ ਉਹਦੇ ਨਾਲ ਅਚਾਨਕ ਹੀ ਮਨਾਇਆ। ਜਿਸ ਤਰ੍ਹਾਂ ਮੈਨੂੰ ਹੈਲੋ ਕਿਹਾ, ਮੈਨੂੰ ਅਚਾਨਕ ਹੀ ਮੇਰੇ ਮਨ ਵਿੱਚ ਆਇਆ ਕਿ ਮੈਂ ਗੱਲ ਕਰਾਂ। ਮੈਂ ਉਹਨਾਂ ਗੱਲ ਕੀਤੀ। ਉਹ ਮੇਰੇ ਕਿਹਾ ਪ੍ਰਿਆ ਤੂੰ ਮੈਨੂੰ ਆਪਣੇ ਪੇਪਰ ਭੇਜ ਦੇ। ਮੈਂ ਉਹਨੂੰ ਜਦੋਂ ਪੇਪਰ ਈਮੇਲ ਰਾਹੀਂ ਭੇਜੇ, ਪਹਿਲਾਂ ਮੈਨੂੰ ਕੋਈ ਰਿਸਪੌਂਸ ਨਹੀਂ ਆਇਆ। ਇੱਕ ਹਫ਼ਤੇ ਬਾਅਦ ਮੈਨੂੰ ਸਿੱਧਾ ਹੀ ਡਾਇਰੈਕਟਰ ਦਾ ਈਮੇਲ ਆਇਆ ਕਿ ਪ੍ਰਿਆ ਅਸੀਂ ਤੈਨੂੰ ਮਿਲਣਾ ਚਾਹੁੰਦੇ ਆ। ਤੇ ਉਹ ਜਦੋਂ ਈਮੇਲ ਆਇਆ ਉਸ ਦਿਨ ਮੇਰਾ ਜਨਮ ਦਿਨ ਸੀਗਾ। ਹਾਲੇਲੂਇਆ। 16 ਫਰਵਰੀ ਤੇ ਮੇਰਾ ਜਨਮ ਦਿਨ ਸੀਗਾ। ਉਸ ਦਿਨ ਮੈਨੂੰ ਈਮੇਲ ਆਇਆ, ਮੈਨੂੰ ਬੈਂਕ ਵਿੱਚ ਸੱਦਿਆ। ਉਹਨੇ ਮੇਰਾ ਪ੍ਰਾਤਿਕਾ ਜੋ ਕਹਿੰਦੇ ਸੀ 1.5-2 ਮਹੀਨੇ ਵਿੱਚ ਕਲੀਅਰ ਹੁੰਦਾ, ਉਹਨੇ 1.5-2 ਮਹੀਨੇ ਨਹੀਂ ਲਾਏ, 10 ਦਿਨ ਵੀ ਬਹੁਤ ਸੀਗੇ। ਉਹਨੇ ਮੈਨੂੰ 10 ਦਿਨ ਦੇ ਅੰਦਰ ਸਾਰਾ ਮੇਰਾ ਪੇਪਰ ਕਲੀਨ ਕੀਤੇ, ਕਲੀਅਰ ਕਰ ਦਿੱਤੇ। ਤੇ ਜਿਹਨੇ ਮੈਨੂੰ ਅਮਾਉਂਟ ਦੀ ਲੋੜ ਸੀ ਉਹਨੇ ਡਿਲੀਵਰ ਕੀਤਾ। ਉਸ ਤੋਂ ਬਾਅਦ ਅਸੀਂ ਨੋਤਾਈਏ ਦੇ ਕੋਲ ਗਏ। ਅਸੀਂ ਜਦੋਂ ਨੋਤਾਈਏ ਦੇ ਕੋਲ ਸਿਗਨੇਚਰ ਉਹਨੇ ਜਦੋਂ ਸਾਨੂੰ ਕਰਾਏ, ਉਹਨੇ ਜਦੋਂ ਸਾਰੇ ਪੇਪਰ ਪੜ੍ਹੇ, ਉਹਨੇ ਸਾਨੂੰ ਜਦੋਂ ਘਰ ਦਾ ਮੇਰੀ ਕੁਆਦਰੀ ਪੜਿਆ ਤਾਂ ਬਹੁਤ ਖੁਸ਼ ਹੋਏ। ਕਹਿੰਦੇ ਤੁਸੀਂ ਘਰ ਜਿਹੜਾ ਲੈ ਰਹੇ ਹੋ ਬਹੁਤ ਵੱਡਾ ਲੈ ਰਹੇ ਆ। ਮੈਂ ਕਿਹਾ ਤੇ ਇਹ ਮੈਂ ਪੜ੍ਹ ਕੇ ਬਹੁਤ ਖੁਸ਼ ਹੋਇਆ। ਉਸ ਤੋਂ ਬਾਅਦ ਜਦੋਂ ਉਹਨੇ ਮੈਨੂੰ ਟੈਕਸ ਦੇਖਿਆ, ਕਹਿੰਦੇ ਤੁਸੀਂ ਜਿਹੜੇ ਟੈਕਸ ਤੇ ਤੁਸੀਂ ਘਰ ਲੈ ਰਹੇ ਆ ਇਹ ਟੈਕਸ ਵੀ ਬਹੁਤ ਵਧੀਆ। ਮੈਂ ਤੁਹਾਨੂੰ ਇਹੀ ਦੁਆ ਕਰਦਾ ਕਿ ਤੁਹਾਨੂੰ ਇੰਨਾ ਲੰਬਾ ਤੱਕ ਜਾਣ ਦੀ ਲੋੜ ਨਾ ਪਵੇ, ਕਿ ਇਸ ਤੋਂ ਤੁਸੀਂ ਪਹਿਲਾਂ ਹੀ ਸਾਰਾ ਕੁਝ ਕਲੀਨ ਕਰ ਦਿਓ ਬੈਂਕ ਦੇ ਨਾਲ। ਹਾਲੇਲੂਇਆ। ਪਰਮੇਸ਼ਰ ਸਾਡੀ ਤੇ ਅਨੁਗ੍ਰਹਿ ਕੀਤਾ, ਬੈਂਕ ਵੱਲੋਂ ਵੀ ਅਨੁਗ੍ਰਹਿ ਹੋਇਆ, ਨੋਤਾਈਓ ਵੱਲੋਂ ਵੀ ਅਨੁਗ੍ਰਹਿ ਹੋਈ ਆ। ਔਰ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਆ ਸਿਰਫ ਫਰੰਟ ਆ, ਇਹ ਬਹੁਤ ਵੱਡਾ ਆ ਪਿੱਛੋਂ। ਹਾਲੇਲੂਇਆ। ਉਹ ਸਾਨੂੰ ਪਰਮੇਸ਼ਰ ਦੇ ਰਮਾਨੇ ਵਿੱਚ ਦਿੱਤਾ, ਸਾਡੇ ਮਨਪਸੰਦ ਏਰੀਆ ਦੇ ਵਿੱਚ ਦਿੱਤਾ। ਔਰ ਮੈਂ ਇੱਕ ਖਾਸ ਗੱਲ ਕਲੀਅਰ ਕਰਨਾ ਚਾਹੁੰਦੀ, ਪਾਸਟਰ ਜੌਨਸਨ ਨੇ ਕਿਹਾ ਸੀਗਾ ਕਿ ਤੁਹਾਨੂੰ ਵੱਡੇ ਘਰ ਨਾਲ ਬਲੈਸ ਕਰਨਗੇ। ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿੱਥੇ ਅਸੀਂ ਜਿਸ ਕੋਠੀ ਨਾਲ ਸਾਨੂੰ ਪਰਮੇਸ਼ਰ ਨੇ ਬਲੈਸ ਕੀਤਾ, 4 ਗੁਣਾ ਕਮਰੇ ਆ, 3 ਗੁਣਾ ਬਾਥਰੂਮ ਆ। ਸਭ ਕੁਝ ਦੁਗਣਾ ਹੈ। ਹਾਲੇਲੂਇਆ। ਗਾਰਡਨ ਪਹਿਲੇ ਸਾਡੇ ਕੋਲ ਇੱਕ ਗਾਰਡਨ ਹੁੰਦੀ ਸੀ, ਇੱਥੇ ਸਾਡੇ ਕੋਲ 3 ਗਾਰਡਨ ਆ। ਉੱਥੇ ਸਾਡੇ ਕੋਲ 2 ਕਮਰੇ ਸੀ, ਇੱਥੇ ਸਾਡੇ ਕੋਲ 4 ਕਮਰੇ ਆ। ਉੱਥੇ ਸਾਡੇ ਕੋਲ 1 ਬਾਥਰੂਮ ਸੀਗਾ, ਇੱਥੇ ਸਾਡੇ ਕੋਲ 3 ਬਾਥਰੂਮ ਆ। ਹਾਲੇਲੂਇਆ। ਔਰ ਨੀਚੇ ਇੱਕ ਹੋਰ ਸੈਕਿੰਡ ਕਿਚਨ। ਹਾਲੇਲੂਇਆ। ਸਾਰਾ ਕੁਝ ਡਬਲ ਆ। ਹਾਲੇਲੂਇਆ। ਹਜੇ ਵੀ ਸਾਡੇ ਜਿਹੜੇ ਪੇਪਰ ਵਰਕ ਕਲੀਅਰ ਨਹੀਂ ਹੋਏ ਸੀਗੇ, ਪਰ ਪਾਸਟਰ ਜੀ ਹੁਣੀ ਇੱਥੇ ਡਿਕਲੇਅਰ ਕਰ ਦਿੱਤਾ ਸੀਗਾ ਕਿ 2 ਹਫ਼ਤੇ ਬਾਅਦ ਤੂੰ ਇੱਥੇ ਗਵਾਹੀ ਦੇਣ ਆਵਾਂਗੇ। ਮੈਂ ਕਹਿਣਾ ਚਾਹੁੰਦੀ ਸੀ ਉਹਦੇ ਮੇਰੇ ਹਜੇ ਪੇਪਰ ਜਿਹੜੇ ਨਾ ਮੈਂ ਹਜੇ ਸਾਈਨ ਨਹੀਂ ਕੀਤੇ ਸੀਗੇ, ਪਰ ਇਹਨੇ ਜਿਹੜੀ ਪ੍ਰੋਫੈਸੀ ਕੀਤੀ ਸੀ ਉਹਨੇ ਸਾਈਨ ਕਰਨ ਤੋਂ ਪਹਿਲਾਂ ਹੀ ਕੀਤੀ ਸੀਗੀ। ਹਾਲੇਲੂਇਆ। ਔਰ ਜਿਸ ਤਰ੍ਹਾਂ ਇਹ ਪ੍ਰੋਫੈਸੀ ਕੀਤੀ ਬਿਲਕੁਲ ਉਦਾਂ ਹੀ ਹੋਇਆ, ਅਨੁਗ੍ਰਹਿ ਹੋਇਆ, ਸਿਗਨੇਚਰ ਹੋਇਆ। ਤੇ ਮੈਂ ਪੂਰੇ 2 ਹਫ਼ਤੇ ਬਾਅਦ ਇੱਥੇ ਸਾਡੇ ਸਾਹਮਣੇ ਗਵਾਹੀ ਦੇਣ ਮੈਂ ਪਰਮੇਸ਼ਰ ਬਹੁਤ ਧੰਨਵਾਦ ਕਰਦੀ ਹਾਂ। ਖਾਸ ਕਰਕੇ ਆਪਾਂ ਥੈਂਕਸ ਕਰਾਂਗੇ, ਖੁਦਾ ਦਾ ਜ਼ੋਰਦਾਰ ਤਾਲੀਆਂ ਨਾਲ